ਤੇ ਕਰੋਨਾ ਸੰਕਟ ਦੌਰਾਨ ਕਈ ਅਜਿਹੇ ਲੋਕ ਵੀ ਹਨ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਰੋਨਾ ਕਾਲ 'ਚ ਵੀ ਦਿਨ ਰਾਤ ਕੰਮ ਕਰ ਰਹੇ ਨੇ। 22 ਘੰਟੇ ਜਨਤਾ ਦੀ ਸੇਵਾ 'ਚ ਲੱਗੇ ਹੋਏ ਨੇ। ਅਜਿਹੇ ਕਰੋਨਾ ਯੋਧਿਆਂ 'ਚ ਡਾਕਟਰ, ਨਰਸ, ਪ੍ਰਿੰਸੀਪਲ, ਪੁਲਿਸ ਅਤੇ ਕਮਿਊਨਿਟੀ ਜੋ ਕਿਚਨ ਕੁੱਕ ਸ਼ਾਮਲ ਨੇ। ਅੱਜ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਤੁਹਾਨੂੰ ਅਜਿਹੇ ਹੀ ਕੁਝ ਰੀਅਲ ਹੀਰੋਜ਼ ਨਾਲ ਰੂਬਰੂ ਕਰਵਾਏਗਾ। ਤੇ ਕਰੋਨਾ ਕਾਲ 'ਚ ਕਈ ਅਜਿਹੇ ਰੀਅਲ ਹੀਰੋਜ਼ ਹਨ ਜੋ ਬਿਨਾਂ ਕਿਸੇ ਸਵਾਰਥ ਤੋਂ ਲੋਕਾਂ ਦੀ ਭਲਾਈ 'ਚ ਲੱਗੇ ਹੋਏ ਨੇ। ਅਜਿਹੇ ਦੇ ਵਿੱਚ ਇੱਕ ਸਮਾਜ ਸੇਵੀ ਨੇ ਰਵਿੰਦਰ ਬਿੱਲਾ ਜੀ। ਸਮਾਜ ਸੇਵੀ ਰਵਿੰਦਰ ਬਿੱਲਾ ਨੇ ਕਰੋਨਾ ਕਾਲ ਦੌਰਾਨ ਲੋੜਵੰਦਾਂ ਨੂੰ ਖਾਣਾ, ਸੈਨੀਟਾਈਜ਼ਰਸ ਤੇ ਮਾਸਕ ਵੰਡੇ ਨੇ। ਸੋ ਇਸੇ ਨੂੰ ਲੈ ਕੇ ਸਮਾਜ ਸੇਵੀ ਜੋ ਰਵਿੰਦਰ ਬਿੱਲਾ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ। ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਤੇ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਬਿੱਲਾ ਜੀ, ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ, ਸਾਡੀ ਪਹਿਲਾਂ ਵੀ ਇੰਟਰਵਿਊ ਹੋਈ ਹੈ, ਨਰਿੰਦਰ ਭਾਰਦਵਾਜ ਸੀਗੇ ਤੁਹਾਡੇ ਨਾਲ। ਸੋ ਇਸੇ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ, ਮੈਂ ਇਹੀ ਉਹਨਾਂ ਨੂੰ ਸਵਾਲ ਪੁੱਛਿਆ ਸੀ ਤੇ ਇਹੀ ਤੁਹਾਨੂੰ ਸਵਾਲ ਪੁੱਛਦਾ ਕਿ ਆਪਣੀ ਜਾਨ ਹਥੇਲੀ ਤੇ ਰੱਖ ਕੇ ਅਜਿਹਾ ਹੌਸਲਾ ਆਉਂਦਾ ਕਿੱਦਾਂ? ਕਿਉਂਕਿ ਲੋਕ ਭਲਾਈ ਦਾ ਕੰਮ ਸਭ ਤੋਂ ਔਖਾ ਹੈ। ਆਪਣਾ ਸਵਾਰਥ ਛੱਡ ਕੇ, ਸਾਰਾ ਕੁਝ ਛੱਡ ਕੇ, ਆਪਣੇ ਕੰਮਕਾਰ ਛੱਡ ਕੇ ਲੋਕਾਂ ਦੀ ਸੇਵਾ ਕਰਨਾ, ਅਜਿਹਾ ਬਲ ਕਿੱਥੋਂ ਮਿਲਦਾ? ਇਹ ਤਾਂ ਸਾਰਾ ਬਲ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਮਿਲਦਾ ਹੈਗਾ, ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਇੱਕ ਸੋਸ਼ਲ ਕੰਮ ਕਰਨ ਦਾ ਬੜਾ ਸ਼ੌਂਕ ਸੀ। ਮੇਰੇ ਮਾਤਾ ਪਿਤਾ ਜੀ ਨੇ ਮੈਨੂੰ ਬੜੀ ਇਸ ਗੱਲ ਦੀ ਆਸ਼ੀਰਵਾਦ ਦਿੱਤੀ ਔਰ ਇੱਕ ਇਸ ਜਜ਼ਬਾ ਸੀ ਦੇ ਅੰਦਰ ਵੀ ਕਰੋਨਾ ਕਾਲ ਦੇ ਕਿਸੇ ਮਰੀਜ਼ਾਂ ਦੇ ਵਿੱਚ ਕੁਝ ਨਾ ਕੁਝ ਕੀਤਾ ਜਾਏ। ਮੈਨੂੰ ਇਹ ਵੀ ਸੀ ਅਗਰ ਮੈਂ ਇਹ ਸੇਵਾ ਕਰਦਾ ਅਗਰ ਮੈਨੂੰ ਕਰੋਨਾ ਹੋ ਗਿਆ ਤਾਂ ਅਗਰ ਮੇਰੀ ਜਾਨ ਵੀ ਚਲੀ ਜਾਏਗੀ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈ, ਪਰ ਮੈਨੂੰ ਮੇਰੇ ਮਨ ਦੇ ਵਿੱਚ ਇੱਕ ਜ਼ਿੰਦਗੀ 'ਚ ਇਹੀ ਰਹੇਗਾ ਕਿ ਸਮਾਜ ਲਈ ਕੁਝ ਨਾ ਕੁਝ ਮੈਂ ਕਰਕੇ ਚੱਲਾਂ, ਕਿਉਂਕਿ ਅਸੀਂ ਸਮਾਜ ਲਈ ਕੁਝ ਨਾ ਕੁਝ ਸਾਡੀ ਦੇਣ ਹੋਣੀ ਜ਼ਰੂਰੀ ਹੈ। ਔਰ ਇਸ ਦੌਰਾਨ ਮੈਨੂੰ ਕਰੋਨਾ ਵੀ ਹੋਇਆ, ਪਰ ਪਰਮਾਤਮਾ ਨੇ ਮੈਨੂੰ ਉਹਦੇ ਤੋਂ ਹੱਥ ਦੇ ਕੇ ਇੱਦਾਂ ਹੀ ਬਚਾ ਲਿਆ। ਇਹ ਸਭ ਉਹਨਾਂ ਦੀ ਸੇਵਾ ਤੇ ਉਹਨਾਂ ਦੀ ਅਸੀਸਾਂ ਦੀ ਬਰਕਤਾਂ ਨਾਲ ਹੈ ਜੀ। ਜੇਕਰ ਗੱਲ ਕੀਤੀ ਜਾਵੇ ਕਰੋਨਾ ਦੀ, ਹਾਲਾਤ ਤੁਸੀਂ ਦੇਖ ਰਹੇ ਹੋ ਦਿਨ ਬ ਦਿਨ ਬੱਤਰ ਹੁੰਦੇ ਜਾ ਰਹੇ ਨੇ, ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ? ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ ਕਿ ਲੋਕਾਂ ਦੀ? ਲੋਕ ਜਾਗਰੂਕ ਨੇ ਕਿਉਂਕਿ ਲੋਕ ਵੀ ਜੋ ਲਗਾਤਾਰ ਨੇ ਉਹ ਕਿਸੇ ਬਿਨਾਂ ਕੰਮ ਤੋਂ ਬਾਹਰ ਜਾ ਰਹੇ ਨੇ। ਬਾਰ-ਬਾਰ ਰੋਕਣ ਦੇ ਬਾਵਜੂਦ ਜੋ ਨੇ ਸਮਾਗਮ ਕੀਤੇ ਜਾ ਰਹੇ ਨੇ। ਸੋ ਇਸ ਨੂੰ ਲੈ ਕੇ ਕਿਸ ਨੂੰ ਜ਼ਿੰਮੇਵਾਰ, ਕਿਸ ਨੂੰ ਠਹਿਰਾਉਂਦੇ ਹੋ? ਸਰਕਾਰਾਂ ਨੂੰ ਠਹਿਰਾਉਂਦੇ ਹੋ ਜਾਂ ਲੋਕਾਂ ਨੂੰ ਠਹਿਰਾਉਂਦੇ ਹੋ? ਦੇਖੋ, ਇਸ ਲਈ ਤਾਂ ਜ਼ਿੰਮੇਵਾਰ ਦੋਨੋਂ ਹੀ ਪਾਰਟੀਆਂ ਹੈਗੀਆਂ। ਜਿਵੇਂ ਦੇਖੋ, ਪਬਲਿਕ ਜਿਹੜੇ ਇਸ ਚੀਜ਼ ਨੂੰ ਅੱਜ ਤੱਕ ਅਵੇਅਰ ਨਹੀਂ ਹੋ ਰਹੇ। ਪਬਲਿਕ ਇਸ ਗੱਲੋਂ ਵੀ ਤੇ ਬਹੁਤ ਖਤਰਨਾਕ ਬਿਮਾਰੀ ਹੈ, ਇਸ ਬਿਮਾਰੀ ਦੇ ਨਾਲ ਤੁਹਾਡਾ ਪਰਿਵਾਰ ਜਾ ਸਕਦਾ। ਜੇ ਤੁਸੀਂ ਚਲੇ ਗਏ ਤਾਂ ਤੁਹਾਡੇ ਪਰਿਵਾਰ ਤੇ ਵੀ ਕੋਈ ਦਿੱਕਤ ਨਹੀਂ ਹੋਣੀ। ਜੇ ਤੁਸੀਂ ਨਹੀਂ ਹੋ ਤਾਂ ਤੁਹਾਡਾ ਪਰਿਵਾਰ ਵੀ ਨਹੀਂ ਹੈ। ਜੇ ਪਰਿਵਾਰ ਨਹੀਂ ਹੈ ਤਾਂ ਕੱਲ ਨੂੰ ਦੇਸ਼ ਤੇ ਸਮਾਜ ਦੀ ਕੀ ਤਰੱਕੀ ਕਰੇਗਾ? ਦੂਸਰੀ, ਸਰਕਾਰਾਂ ਦੀ ਵੀ ਇਸ ਗੱਲੋਂ ਬੜੀ ਵੱਡੀ ਗਲਤੀ ਹੈ ਵੀ ਤੁਹਾਨੂੰ ਪਤਾ ਕਰੋਨਾ ਦਾ ਸੰਕਟ ਆ ਗਿਆ, ਤੁਸੀਂ ਮੈਡੀਕਲ ਸਹੂਲਤਾਂ ਸਾਰੀਆਂ 1 ਸਾਲ ਹੋ ਗਿਆ ਇਸ ਨੂੰ ਆਏ ਹੋਏ, 1 ਸਾਲ ਦੇ ਵਿੱਚ ਤੁਸੀਂ ਮੈਡੀਕਲ ਸਹੂਲਤਾਂ ਇੰਨੀਆਂ ਡਿਵੈਲਪ ਕਰ ਦਿਓ ਕਿ ਕਿਸੇ ਵੀ ਪਬਲਿਕ ਨੂੰ ਦਿੱਕਤ ਨਾ ਆਏ। ਇਸ ਲਈ ਮੈਂ ਦੋਨਾਂ ਨੂੰ ਜ਼ਿੰਮੇਵਾਰ ਮੰਨਦਾ ਹਾਂ। ਜੇਕਰ ਗੱਲ ਕੀਤੀ ਜਾਵੇ ਪ੍ਰਬੰਧਾਂ ਦੀ, ਪ੍ਰਸ਼ਾਸਨ ਕਹਿ ਰਿਹਾ ਕਿ ਸਾਡੇ ਪੂਰੇ ਪ੍ਰਬੰਧ ਨੇ, ਪਰ ਖੋਖਲੇ ਅਸੀਂ ਦੇਖੇ ਨੇ ਜੋ ਦਾਅਵੇ, ਕਿਉਂਕਿ ਲਗਾਤਾਰ ਆਕਸੀਜਨ ਦੀ ਘਾਟ ਤੁਸੀਂ ਵੀ ਦੇਖੀ ਹੈ, ਅਸੀਂ ਵੀ ਲਗਾਤਾਰ ਖਬਰਾਂ ਦਿਖਾ ਰਹੇ ਹਾਂ। ਆਕਸੀਜਨ ਦੀ ਘਾਟ ਹੈ, ਕਿਤੇ ਨਾ ਕਿਤੇ ਜੋ ਲੋਕ ਨੇ ਉਹ ਆਕਸੀਜਨ ਦੀ ਘਾਟ ਦੇ ਕਾਰਨ ਜੋ ਪੈਨਿਕ ਹੋ ਰਹੇ ਨੇ, ਪੈਨਿਕ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ। ਕਿਤੇ ਨਾ ਕਿਤੇ ਵੈਂਟੀਲੇਟਰ ਦੀ ਘਾਟ ਹੈ। ਹਾਲਾਂਕਿ ਸਮੁੱਚੇ ਜੋ ਵਿਸ਼ਵ ਭਰ 'ਚੋਂ 40 ਦੇਸ਼ ਨੇ ਉਹਨਾਂ ਨੇ ਭਾਰਤ ਨੂੰ ਜੋ ਹੈ ਹੱਥ ਅੱਗੇ ਮਦਦ ਦਾ ਵਧਾਇਆ ਹੈ। ਕਿਵੇਂ ਦੇਖਦੇ ਹੋ? ਦੇਖੋ ਸਰ, ਇੱਦਾਂ ਹੈ ਕਿ ਜੇਕਰ ਸਰਕਾਰਾਂ ਨੇ ਅਰੇਂਜਮੈਂਟ ਕੀਤਾ ਹੁੰਦਾ 1 ਸਾਲ ਦੇ ਵਿੱਚ, ਕਿਆ ਇੰਡੀਆ ਦੇ ਵਿੱਚ ਆਕਸੀਜਨ ਨਹੀਂ ਬਣ ਸਕਦੀ ਸੀ? 1 ਸਾਲ ਦੇ ਵਿੱਚ ਜਿਹੜੀਆਂ ਫੈਕਟਰੀਆਂ ਬੰਦ ਹੈ, ਜਿਹੜੀਆਂ ਅੱਜ ਤੁਸੀਂ ਲਾਇਸੈਂਸ ਦੀ ਪਰਮਿਸ਼ਨ ਦੇ ਰਹੇ ਹੋ,
ਸਾਲ ਪਹਿਲਾਂ ਹੀ ਪਰਮਿਸ਼ਨ ਦੇ ਦਿਓ। ਤੁਹਾਨੂੰ ਪਤਾ ਹੈ ਕਿ ਇਹ ਕਰੋਨਾ ਸੰਕਟ ਇੰਨਾ ਵੱਡਾ ਸੰਕਟ ਹੈ ਕਿ ਜਿਹਦੇ ਨਾਲ ਲੋਕਾਂ ਦੇ ਜਾਨ ਤੋਂ ਖਤਰਾ ਤੁਹਾਡੇ ਲਈ ਇੱਕ ਬੜੀ ਵੱਡੀ ਮੁਸੀਬਤ ਹੈ ਜੇ ਡੇ ਬਾਈ ਡੇ ਸਪਰੈਡ ਹੀ ਹੋਣਾ। ਤੇ ਤੁਸੀਂ ਇਸ ਨੂੰ ਪਹਿਲਾਂ ਹੀ ਆਪਣੇ ਪੂਰੇ ਪ੍ਰਬੰਧ ਕਰ ਲਓ। ਤੁਹਾਨੂੰ ਪਤਾ ਲੋਕਾਂ ਨੇ ਫੰਡ ਵੀ ਤੁਹਾਨੂੰ ਦਿੱਤੇ ਆ ਔਰ ਤੁਹਾਡੇ ਕੋਲ ਵੀ ਬਹੁਤ ਫੰਡ ਆਏ ਆ ਇਸ ਲਈ ਕਿ ਤੁਸੀਂ ਇਹਦੇ ਨਾਲ ਲੜਨ ਲਈ ਤੁਸੀਂ ਤਿਆਰ ਹੋ ਜਾਓ। ਪਰ ਜੇ ਸਾਡੀਆਂ ਆਪਣੇ ਵੱਲੋਂ ਛੋਟੀਆਂ ਗਲਤੀਆਂ ਜਾਂ ਇੱਕ ਦੂਜੇ ਦੀਆਂ ਕਾਨੂੰਨੀ ਅੜਚਨਾ ਕਰਕੇ ਵੀ ਗਲਤੀਆਂ ਇਹ ਨਹੀਂ ਹੈ ਤਾਂ ਇਹਦਾ ਮਤਲਬ ਕੁਛ ਨਾ ਕੁਛ ਤੇ ਸਰਕਾਰ ਵੀ ਜ਼ਿੰਮੇਦਾਰ ਹਨ। ਇਸ ਤੋਂ ਇਲਾਵਾ ਮੈਂ ਲੋਕਾਂ ਨੂੰ ਵੀ ਜ਼ਿੰਮੇਦਾਰ ਮੰਨਦਾ ਕਿਉਂਕਿ ਜਿਹੜੇ ਲੋਕ ਹੈਗੇ ਆ ਉਹ ਅੱਜ ਤੱਕ ਅਵੇਅਰ ਨਹੀਂ ਹੋ ਰਹੇ। ਮੈਂ ਸਾਡੀ ਟੀਮ ਨੂੰ ਲੈ ਕੇ ਮੈਂ ਡੇਲੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਮਾਸਕ ਔਰ ਸੈਨੀਟਾਈਜ਼ਰ ਵੰਡਾਂ ਤਾਂ ਕਿ ਇਹ ਲੋਕ ਅਵੇਅਰ ਹੋਣ। ਭਾਈ ਬਚ ਲਓ, ਆਪਣੇ ਆਪ ਨੂੰ ਬਚਾ ਲਓ। ਜੇ ਤੁਸੀਂ ਬਚਾਓਗੇ ਤਾਂ ਤੁਸੀਂ ਸੁਰੱਖਿਅਤ ਹੋ, ਤੁਹਾਡਾ ਪਰਿਵਾਰ ਸੁਰੱਖਿਅਤ ਹੈ। ਜੀ ਬਿੱਲਾ ਜੀ, ਜੇਕਰ ਗੱਲ ਕੀਤੀ ਜਾਵੇ ਲੋਕਾਂ ਦੀ, ਲੋਕ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਲੋਕ ਕਾਲਾਬਾਜ਼ਾਰੀ ਤੋਂ ਪਿੱਛੇ ਨਹੀਂ ਹਟ ਰਹੇ। ਕਰੋਨਾ ਕਾਲ ਦੀ ਜੇਕਰ ਗੱਲ ਕਰਦੇ ਹਾਂ, ਸਿਲੰਡਰਾਂ ਦੀ ਕਾਲਾਬਾਜ਼ਾਰੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਹੋ ਰਹੀ ਹੈ। ਜਲੰਧਰ ਦਾ ਵੀ ਮਾਮਲਾ ਸਾਹਮਣੇ ਆਇਆ ਸੀਗਾ। 800 ਰੁਪਏ ਦਾ ਸਿਲੰਡਰ ਹੈ, 18,000 ਰੁਪਏ 'ਚ ਆਕਸੀਜਨ ਦਾ ਵੇਚਿਆ ਗਿਆ ਹੈ। ਇੱਕ ਪਾਸੇ ਕਿਸੇ ਦਾ ਜੀ ਮਰ ਰਿਹਾ ਹੈ ਤੇ ਦੂਜੇ ਪਾਸੇ ਕਾਲਾਬਾਜ਼ਾਰੀ। ਕਿਵੇਂ ਦੇਖਦੇ ਹੋ? ਦੇਖੋ ਮੈਂ ਇਹਨਾਂ ਲੋਕਾਂ ਨੂੰ ਸਮਾਜਿਕ ਬੰਦੇ ਨਹੀਂ ਕਹਿੰਦਾ। ਇਹ ਤਾਂ ਲੋਕ ਲੁੱਟਦੇ ਆ, ਮੌਕੇ ਨੂੰ ਦੇਖ ਕੇ ਲੁੱਟਦੇ ਆ। ਜਿਹੜੇ ਬੰਦੇ ਲੋਕਾਂ ਨੂੰ ਦੇਖ ਕੇ ਮੌਕਾ, ਇੱਕ ਸੰਸਾਰ ਦੇ ਵਿੱਚ ਇੱਕ ਪੀੜਾ ਆਈ, ਉਹ ਪੀੜਾ ਦੇ ਵਿੱਚ ਤੁਸੀਂ ਉਹ ਪੈਸਾ ਕਮਾਉਣਾ ਚਾਹੁੰਦੇ ਹੋ। ਪੈਸਾ ਤੁਸੀਂ ਕੀ ਕਰੋਗੇ? ਉਹ ਪੈਸਾ ਤਾਂ ਤੁਸੀਂ ਨਾਲ ਨਹੀਂ ਲੈ ਕੇ ਜਾਣਾ। ਪਰ ਇਹੋ ਜਿਹੇ ਉਹ ਕਹਿੰਦੇ ਨਾ, ਸੰਸਾਰ ਦੇ ਵਿੱਚ ਸੱਚ ਹੈਗਾ ਤੇ ਝੂਠ ਵੀ ਹੈਗਾ। ਜੇ ਸੰਸਾਰ 'ਚ ਚੰਗੇ ਬੰਦੇ ਦੇਵੀ ਦੇਵਤੇ ਹੈਗੇ ਆ ਤੇ ਰਾਖਸ਼ ਵੀ ਹੈਗੇ। ਇਹ ਸਾਰੇ ਰਾਖਸ਼ ਵ੍ਰਿਤੀ ਦੇ ਲੋਕ ਹੈ ਜਿਨ੍ਹਾਂ ਨੂੰ ਸਿਰਫ ਪੈਸਾ ਕਮਾਉਣਾ, ਜਿਨ੍ਹਾਂ ਨੂੰ ਹਿਊਮਨ ਤੇ ਇਨਸਾਨੀਅਤ ਨਾਲ ਕੋਈ ਨਾਤਾ ਨਹੀਂ ਹੈ ਉਹਨਾਂ ਦਾ। ਉਹਨਾਂ ਨੂੰ ਇਨਸਾਨੀਅਤ ਤੋਂ ਕੀ ਲੈਣਾ? ਉਹਨਾਂ ਨੂੰ ਤਾਂ ਪੈਸੇ ਨਾਲ ਮਤਲਬ ਹੈ। ਮੈਂ ਤਾਂ ਇਹੋ ਜਿਹੇ ਬੰਦਿਆਂ ਨੂੰ ਮੈਂ ਕਹਿੰਦਾ ਇਹੋ ਜਿਹੀ ਸਰਕਾਰ ਇੱਕ ਕਾਨੂੰਨ ਬਣਾ ਦੇ, ਇਹੋ ਜਿਹੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦੇ ਦੇ। ਕਿਉਂਕਿ ਇਹ ਲੋਕ ਇੱਕ ਸਿਲੰਡਰ ਦੇ ਲਈ ਜੇ ਲੋਕਾਂ ਨੂੰ ਬਲੈਕ ਕਰਨ ਲਈ ਜੇ ਅੱਜ ਸਿਲੰਡਰ ਨਾ ਮਿਲੇ ਤੇ ਕੱਲ ਨੂੰ ਉਹਦੀ ਮੌਤ ਹੁੰਦੀ ਹੈ ਤਾਂ ਮੌਤ ਦੇ ਜ਼ਿੰਮੇਦਾਰ ਤਾਂ ਉਹੀ ਲੋਕ ਹੈ ਜਿਨ੍ਹਾਂ ਕੋਲ ਸਿਲੰਡਰ ਹੈ। ਅੱਜ ਉਹ ਸਿਲੰਡਰ ਉਹਦਾ ਨਾ ਕਿ ਤੂੰ ਦੇ ਦਿੰਦੇ ਤੇ ਅੱਜ ਉਹਦੀ ਜਾਨ ਬਚ ਜਾਂਦੀ। ਤੁਸੀਂ ਪੈਸੇ ਦੇ ਕੇ ਉਸ ਕੋਲ ਪੈਸੇ ਨਹੀਂ ਹੈ ਭਾਈ, ਤੂੰ ਉਹਨੂੰ ਸਿਲੰਡਰ ਦੇ ਦੇ। ਅੱਜ ਤੇਰੇ ਕੋਲ ਸਿਲੰਡਰ ਹੈ, ਇੰਨੀ ਹੀ ਮਦਦ ਉੱਪਰ ਵਾਲਾ ਤੇਰੀ ਸ਼ਾਇਦ ਪਤਾ ਨਹੀਂ ਕਿੱਥੇ ਆ ਕੇ ਤੇਰਾ ਪਰਦਾ ਢੱਕ ਲੇ। ਭਾਈ ਤੁਸੀਂ ਇਹਨੂੰ ਚੀਜ਼ ਨੂੰ ਧਿਆਨ ਰੱਖੋ। ਇਹ ਪੈਸਾ ਕਲਾਬਾਜ਼ਾਰੀ ਨਾ ਕਰੋ। ਇਹ ਕਲਾਬਾਜ਼ਾਰੀ ਜਿਹੜੀ ਹੈਗੀ ਹੈ ਤੁਹਾਨੂੰ ਅੱਗੇ ਕੀ ਤੁਹਾਡੀ ਪੁਸ਼ਤਾਂ ਤੱਕ ਤੁਹਾਨੂੰ ਕਿਸੇ ਨੇ, ਰੱਬ ਨੇ ਤੁਹਾਨੂੰ ਬਖਸ਼ਣਾ ਨਹੀਂ। ਇਹ ਪੈਸਾ ਕਦੀ ਵੀ ਤੁਹਾਡੇ ਕਿਸੇ ਵੀ ਚੰਗੇ ਕੰਮ ਦੇ ਵਿੱਚ ਕਦੀ ਵੀ ਨਹੀਂ ਲਾਣਾ ਔਰ ਇਹ ਤੁਹਾਨੂੰ ਤੰਗ ਹੀ ਕਰੇਗਾ। ਇਹ ਤੁਹਾਡੇ ਲਈ ਵੀ ਬਿਮਾਰੀਆਂ ਲੈ ਕੇ ਆਏਗਾ। ਜਿਹੜਾ ਬਿਮਾਰੀ ਤੋਂ ਤੁਸੀਂ ਪੈਸਾ ਕਮਾ ਰਹੇ ਹੋ ਤੁਹਾਡੇ ਲਈ ਵੀ ਬਿਮਾਰੀ ਲੈ ਕੇ ਆਏਗਾ। ਜੀ ਰਵਿੰਦਰ ਜੀ, ਜੇਕਰ ਗੱਲ ਕੀਤੀ ਜਾਵੇ ਸਾਲ ਇੱਕ ਤੋਂ ਲਗਾਤਾਰ, ਪਹਿਲਾਂ ਤਾਂ 6 ਮਹੀਨੇ ਕਰੋਨਾ ਲੋਕਡਾਊਨ ਰਿਹਾ ਹੈ, ਪਿਛਲੇ ਸਾਲ ਦੀ ਗੱਲ ਕਰਦੇ ਹਾਂ, ਫਿਰ ਲੋਕਾਂ ਨੂੰ ਸਟੈਂਡ ਹੁੰਦਿਆਂ ਕਾਰੋਬਾਰ ਸੈੱਟ ਕਰਦਿਆਂ ਕਾਫੀ ਸਮਾਂ ਲੱਗ ਗਿਆ ਤੇ ਫਿਰ ਇਹ ਦੌਰ ਆ ਗਿਆ। ਕਿਹੋ ਜਿਹੇ ਲੋਕ ਨੇ ਜੋ ਤੁਹਾਡੇ ਤੋਂ ਮਦਦ ਮੰਗਦੇ ਨੇ? ਕਿਉਂਕਿ ਗਰੀਬ ਵਰਗ ਦੇ ਲੋਕ ਤਾਂ ਹੈ ਹੀ, ਉਹ ਤਾਂ ਦੱਬੇ ਹੀ ਨੇ ਕਿਉਂਕਿ ਪਹਿਲਾਂ ਤਾਂ ਕੰਮਕਾਰ ਹੈ ਨਹੀਂ, ਸੋ ਉਹ ਤਾਂ ਦੱਬੇ ਨੇ। ਤੇ ਹੋਰ ਕਿਹੋ ਜਿਹੇ ਲੋਕ ਨੇ, ਕਿਹੋ ਜਿਹੀਆਂ ਮਦਦ ਜਿਹੜੀਆਂ ਨੇ ਉਹ ਤੁਹਾਡੇ ਕੋਲ ਮੰਗਾਂ ਆਉਂਦੀਆਂ ਨੇ? ਦੇਖੋ ਮੈਨੂੰ ਯਾਦ ਹੈ ਕਿ ਮੇਰੇ ਕੋਲ ਕੁਝ ਪੇਰੈਂਟਸ ਇੱਦਾਂ ਦੇ ਆਏ ਜਿਹੜੇ ਫੀਸ ਨਹੀਂ ਸੀ ਦੇ ਸਕਦੇ ਔਰ ਇੱਕ ਸਾਲ ਦੇ ਵਿੱਚ ਉਹਨਾਂ ਦੇ ਸਕੂਲਾਂ ਚੋਂ ਨਾਮ ਕੱਟਣ ਤੇ ਪ੍ਰਿੰਸੀਪਲ ਨੇ ਉਹਨਾਂ ਨੂੰ ਨੋਟਿਸ ਦਿੱਤਾ ਜੀ ਤੁਸੀਂ ਫੀਸ ਦਿਓਗੇ। ਤਾਂ ਇਹਨਾਂ ਨੇ ਕਰਦੇ ਟਾਈਮ ਟਪਾ ਲਿਆ। ਜਦੋਂ ਐਂਡ ਤੇ ਪੇਪਰ ਦੇ ਟਾਈਮ ਆਇਆ ਤਾਂ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਪੈਸੇ ਜਮ੍ਹਾਂ ਕਰਾਓਗੇ ਨਹੀਂ ਤਾਂ ਤੁਹਾਡੇ ਬੱਚਿਆਂ ਨੂੰ ਅਸੀਂ ਡਿਪੋਰਟ ਕਰ। ਉਹ ਇਹ ਹਾਲਾਤ ਇਹ ਹੋ ਗਏ। ਉਹ ਵਿਚਾਰਿਆਂ ਨੇ ਫਿਰ ਖੜੇ ਪੈਰ ਉਹਨਾਂ ਨੂੰ ਫੀਸ ਦਿੱਤੀ। ਕੁਝ ਫੀਸਾਂ ਦੇ ਇਹਦੇ ਵਿੱਚ ਆਏ, ਕੁਝ ਇਹੋ ਜਿਹੇ ਵੀ ਆਏ। ਇੱਕ ਅਭੀ ਹੁਣੇ ਥੋੜੇ ਦਿਨ 2 ਦਿਨ ਪਹਿਲਾਂ ਦੀ ਗੱਲ ਹੈ, ਇੱਕ ਲੜਕੀ ਵਿਚਾਰੀ ਮੇਰੇ ਕੋਲ ਆਈ, ਕਹਿੰਦੀ ਜੀ ਮੇਰੇ ਮਾਂ-ਬਾਪ ਜਿਹੜੇ ਸੀ ਰੇਹੜੀ ਲਾਉਂਦੇ ਸੀ, ਮਾਂ ਮੇਰੀ ਹੈ ਨਹੀਂ ਸੀ ਔਰ ਮੇਰਾ ਫਾਦਰ ਰੇਹੜੀ ਲਾਉਂਦਾ ਸੀ। ਅੱਜ ਉਹ ਬਿਮਾਰ ਹਾਲਤ 'ਚ ਪਿਆ, ਅੱਜ ਮੈਨੂੰ ਕੰਮ ਲਈ ਨਿਕਲਣਾ ਪਿਆ ਤਾਂ ਮੈਂ ਉਸ ਨੂੰ ਕਿਸੇ ਦੇ ਘਰ ਲਵਾ ਕੇ ਥੋੜਾ ਜਿਹਾ ਉਹਦੀ ਰੋਜੀ ਰੋਟੀ ਦਾ ਗੁਜ਼ਾਰਾ ਕੀਤਾ। ਕੋਸ਼ਿਸ਼ ਇਹੀ ਰਹੀ ਹੈ ਕਿ ਕੋਈ ਨਾ ਕੋਈ ਵਿਚਾਰੇ ਕਿਸੇ ਇਸ ਟਾਈਮ ਇਹ ਜ਼ਰੂਰੀ ਨਹੀਂ ਕਿ ਦਵਾਈਆਂ ਦੀ ਵੀ ਜ਼ਰੂਰਤ ਹੈ। ਇਸ ਟਾਈਮ ਹਾਲਾਤ ਇਹੋ ਜਿਹੇ ਹੋ ਚੁੱਕੇ ਆ ਕਿ ਲੋਕ ਬੇਰੁਜ਼ਗਾਰੀ ਦੇ ਲੈਵਲ ਤੇ ਆ ਚੁੱਕੇ ਆ। ਕਈਆਂ ਦੇ ਘਰ ਹੁਣ ਕੁਝ ਫੈਮਲੀਆਂ ਇਹੋ ਜਿਹੀਆਂ ਜਿਹੜੀਆਂ ਪਰ ਮੰਥ ਮੈਂ ਉਹਨਾਂ ਨੂੰ ਰਾਸ਼ਨ ਭੇਜ ਰਿਹਾ ਔਰ ਕਈ ਫੈਮਲੀਆਂ ਜਿਨ੍ਹਾਂ ਨੂੰ ਪਰ ਮੰਥ ਮੈਂ ਫੀਸ ਭੇਜ ਰਿਹਾ ਸਕੂਲਾਂ ਦੀ। ਇਸ ਤਰ੍ਹਾਂ ਦੇ ਕਈ ਸਮਾਜਿਕ ਨਾਲ ਕੁਝ ਨਾ ਕੁਝ ਪਹਿਲੂ ਨਾਲ ਜੁੜੇ ਹੋਏ ਹਨ। ਜੇਕਰ ਗੱਲ ਸਮਾਜ ਸੇਵੀ ਜੋ ਹੋਰ ਵੀ ਸੰਸਥਾਵਾਂ ਨੇ, ਸਿੱਖ ਜਥੇਬੰਦੀਆਂ ਦੀਆਂ ਸੰਸਥਾਵਾਂ ਨੇ ਜਾਂ ਹੋਰ ਵੀ ਕਈ ਸੰਸਥਾਵਾਂ ਅੱਗੇ ਨਿਕਲ ਕੇ ਆ ਰਹੀਆਂ ਨੇ, ਕੀ ਲੱਗਦਾ ਹੈ ਸਰਕਾਰ ਨਾਲੋਂ ਜ਼ਿਆਦਾ ਵਧੀਆ ਕੰਮ ਸੰਸਥਾਵਾਂ ਕਰ ਰਹੀਆਂ ਨੇ?
ਦੇਖੋ ਜੀ, ਸੰਸਥਾਵਾਂ ਜਿਹੜੀਆਂ ਹੁੰਦੀਆਂ ਹਨ ਇਹ ਇੱਕ ਨਿਰਸਵਾਰਥ ਕੰਮ ਕਰਦੀਆਂ। ਇਹਨਾਂ ਦਾ ਕੋਈ ਇਹਨਾਂ ਦਾ ਮਕਸਦ ਨਹੀਂ ਹੁੰਦਾ ਕਿ ਇਹ ਕਿਸੇ ਤਰੀਕੇ ਨਾਲ ਤੁਹਾਡੇ ਤੋਂ ਕੋਈ ਪੈਸਾ ਕਮਾਉਣਾ ਜਾਂ ਕੋਈ ਇਹਨਾਂ ਦੇ ਵਿੱਚ ਇਹਨਾਂ ਤੋਂ ਆਪਣੀ ਕੋਈ ਸ਼ੋਹਰਤ ਲੈਣੀ ਹੈ। ਇਹਨਾਂ ਦਾ ਮਕਸਦ ਸਿਰਫ ਇਹ ਹੁੰਦਾ ਕਿ ਸਾਡੇ ਹੱਥੋਂ ਕੋਈ ਭਲਾ ਹੋ ਜਾਏ। ਔਰ ਕਿਸੇ ਤਰੀਕੇ ਨਾਲ ਸਾਡੇ ਤਾਂ ਗੁਰੂ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਗੱਲ ਕਹੀ ਹੈ, ਜੇ ਤੂੰ ਰੱਬ ਨੂੰ ਪਾਣਾ ਤਾਂ ਇਨਸਾਨੀਅਤ ਦੀ ਸੇਵਾ ਕਰ ਲੈ ਭਾਈ, ਇਹਦੇ ਵਿੱਚ ਹੀ ਰੱਬ ਵਸਦਾ। ਉਹਨੇ ਕਦੀ ਨਹੀਂ ਜਾਤ ਪਾਤ ਨਹੀਂ ਦੇਖੀ, ਉਹਨੇ ਕਦੀ ਕੁਛ ਨਹੀਂ ਦੇਖਿਆ। ਜੇ ਅੱਜ ਅਸੀਂ ਇਨਸਾਨੀਅਤ ਦੀ ਸੇਵਾ ਕਰਾਂਗੇ, ਔਰ ਮੇਰਾ ਖਿਆਲ ਹੈ ਰੱਬ ਤਾਂ ਤੁਹਾਡੇ ਘਰ ਹੀ ਬੈਠਾ ਇਸ ਟਾਈਮ, ਉਹ ਤੁਹਾਡੇ ਦਿਲਾਂ 'ਚ ਵਸ ਰਿਹਾ, ਔਰ ਰੱਬ ਰੂਪ ਹੋ ਕੇ ਤੁਸੀਂ ਉਹਦੀ ਮਦਦ ਕਰ ਰਹੇ ਹੋ। ਇਹ ਰੱਬ ਨੇ ਆਪ ਕਰਾ ਰਿਹਾ। ਇਹ ਜਿਹੜੀ ਸੰਸਥਾਵਾਂ ਹੈਗੀਆਂ ਇਸ ਟਾਈਮ ਇਹ ਰੱਬ ਹੀ ਉਹਨਾਂ ਤੋਂ ਹੱਥ ਰੱਖ ਦੇ ਕੇ ਕੰਮ ਕਰਵਾ ਰਿਹਾ। ਅਦਰਵਾਈਜ਼ ਸਰਕਾਰਾਂ ਦੇ ਸਿਸਟਮ ਤਾਂ ਪਹਿਲਾਂ ਵੀ ਫੇਲ ਸੀ। ਅਗਰ ਜੇ ਸੰਸਥਾਵਾਂ ਅਗਰ ਨਾ ਆਉਂਦੀਆਂ ਤਾਂ ਮੇਰੇ ਖਿਆਲ ਹੈ ਕਿ ਉਸ ਟਾਈਮ ਰੋਟੀ ਦੇ ਦੌਰਾਨ ਵੀ ਕਈ ਲੋਕ ਭੁੱਖੇ ਮਰ ਜਾਣੇ ਸੀ। ਅੱਜ ਕਰੋਨਾ ਕਾਲ ਦੇ ਵਿੱਚ ਮੈਡੀਕਲ ਦੀ ਸਹੂਲਤਾਂ ਨਾਲ ਵੀ ਕਈ ਸੰਸਥਾਵਾਂ ਇਸ ਤਰ੍ਹਾਂ ਦੀਆਂ ਅੱਗੇ ਆ ਗਈਆਂ ਜਿਹੜੀਆਂ ਅੱਜ ਆਕਸੀਜਨ ਦੇ ਸਿਲੰਡਰ ਵੰਡ ਰਹੀਆਂ ਹਨ। ਤੁਸੀਂ ਦਿੱਲੀ ਉੱਥੇ ਇੱਕ ਨੋਇਡਾ ਦੇ ਵਿੱਚ ਫਰੀਦਾਬਾਦ ਦੇ ਵਿੱਚ ਗੁਰਦੁਆਰੇ ਦੇ ਬਾਹਰ ਆਕਸੀਜਨ ਦੇ ਸਿਲੰਡਰ ਨਾਲ ਦੇਖੋ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇੱਕ ਮੁਹਾਲੀ ਦੇ ਗੈਸ ਸਿਲੰਡਰ ਫ੍ਰੀ ਦੇ ਰਹੇ ਸਰਦਾਰ ਜੀ। ਇਹ ਸੰਸਥਾਵਾਂ, ਇਹ ਗੁਰੂ ਸਾਹਿਬ ਨੇ ਸਾਡੀ ਇੱਕ ਸਾਡੇ ਦਿਲਾਂ ਦੇ ਵਿੱਚ ਇਹੋ ਜਿਹੀ ਸੇਵਾ ਦਾ ਜਜ਼ਬਾ ਭਰਤਾ। ਅਸੀਂ ਸਾਰੀ ਉਮਰ ਜਦ ਤੱਕ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ, ਜਦ ਤੱਕ ਸਾਡੀ ਜ਼ਿੰਦਗੀ ਹੈ, ਸਵਾਸ ਹੈ, ਅਸੀਂ ਇਹਨਾਂ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਔਰ ਉਮੀਦ ਹੈ ਇਹ ਜਿਹੜੀਆਂ ਸੰਸਥਾਵਾਂ ਵੀ ਹੈ ਇਹ ਸੇਵਾ ਕਰਦੀਆਂ ਰਹਿਣਗੀਆਂ। ਇਸ ਸੰਸਥਾਵਾਂ ਨੂੰ ਮੈਂ ਹੋਰ ਵੀ ਅਪੀਲ ਕਰਦਾ, ਜਿਹੜੀਆਂ ਸੰਸਥਾਵਾਂ ਦੂਜੀਆਂ ਵੀ ਹੈਗੀਆਂ ਉਹ ਬਈ ਇਹਨਾਂ ਲਈ ਔਖੇ ਦੇਸ਼ ਦੇ ਉੱਤੇ ਇੱਕ ਔਖਾ ਸੰਕਟ ਆਇਆ, ਇਹ ਇਨਸਾਨੀਅਤ ਦੀ ਸੇਵਾ ਕਰ ਲਓ ਭਾਈ। ਇਹ ਬੜਾ ਅੱਛਾ ਮੌਕਾ ਤੁਹਾਡੇ ਲਈ। ਜੇ ਤੁਸੀਂ ਅੱਜ ਇਨਸਾਨੀਅਤ ਦੀ ਸੇਵਾ ਕਰੋਗੇ ਤਾਂ ਮੇਰਾ ਖਿਆਲ ਹੈ ਕਿ ਮੈਂ ਇਸ ਤੋਂ ਤੁਹਾਨੂੰ ਕੀ ਸੈਟੀਸਫੈਕਸ਼ਨ ਹੋਏਗੀ ਉਹ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ। ਰਵਿੰਦਰ ਜੀ, ਜੇਕਰ ਗੱਲ ਕੀਤੀ ਜਾਵੇ, ਜਿਵੇਂ ਕਿ ਤੁਸੀਂ ਦੱਸਿਆ ਕਿ ਸਾਲ ਤੋਂ ਵੱਧ ਸਰਕਾਰਾਂ ਨੇ ਕੁਝ ਨਹੀਂ ਕੀਤਾ, ਕੋਈ ਪਲਾਨ ਨਹੀਂ ਸੀਗਾ, ਹਾਲਾਂਕਿ ਆਕਸੀਜਨ ਦੇ ਪਲਾਂਟ ਲਗਾਉਣੇ ਚਾਹੀਦੇ ਸੀਗੇ। ਕੀ ਮੰਨਦੇ ਹੋ ਹੋਰ ਕਿਹੜੇ ਫੇਲੀਅਰ ਨੇ ਜਿੱਥੇ ਸਰਕਾਰ ਫੇਲ ਹੋਈ ਹੈ? ਜੇਕਰ ਉਹ ਚੀਜ਼ਾਂ ਕੀਤੀਆਂ ਜਾਂਦੀਆਂ ਤਾਂ ਅੱਜ ਦੇਸ਼ ਦੇ ਪੰਜਾਬ ਦੇ ਹਾਲਾਤ ਅਜੇ ਨਾ ਹੁੰਦੇ, ਕਿਉਂਕਿ ਲਗਾਤਾਰ ਮੌਤਾਂ ਦਾ ਸਿਲਸਿਲਾ ਜੇਕਰ ਤੁਸੀਂ ਦੇਖੋ ਤਾਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਘੱਟ ਮੌਤਾਂ ਸੀਗੀਆਂ, 20-30 ਦੇ ਏੜ-ਗੇੜ ਅੰਕੜਾ ਸੀਗਾ, ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ 150 ਦੇ ਕਰੀਬ ਮੌਤਾਂ ਦਾ ਅੰਕੜਾ ਰੋਜ਼ ਨਾਪਿਆ ਜਾ ਰਿਹਾ। ਫੇਲੀਅਰ ਕਿਸ ਦਾ ਮੰਨਦੇ ਹੋ? ਦੇਖੋ ਸਰ, ਇੱਕ ਸਾਲ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹ ਬਹੁਤ ਵੱਡਾ ਸੰਕਟ ਹੈ। ਤੁਹਾਨੂੰ ਇਹ ਵੀ ਪਤਾ ਹੈ ਕਿ ਇਹ ਨੈਕਸਟ ਜਿਹੜਾ ਇਹਦੇ ਵਿੱਚ ਦੂਜਾ ਦੌਰ ਵੀ ਆਏਗਾ। ਹੁਣ ਤੁਸੀਂ ਕਹਿ ਰਹੇ ਹੋ ਤੀਜਾ ਦੌਰ ਵੀ ਆਉਣ ਵਾਲਾ ਹੈ। ਬਈ ਤੁਹਾਡੇ ਕੋਲੇ ਟਾਈਮ ਹੈਗਾ, ਤੁਸੀਂ ਇੰਪੋਰਟ ਕਰਵਾ ਲਓ ਕਿ ਗੈਸ ਸਿਲੰਡਰ ਤੁਸੀਂ ਇੰਪੋਰਟ ਕਰੋ। ਜਿਹੜੇ ਤੁਸੀਂ ਵੈਂਟੀਲੇਟਰ, ਦੇਖੋ ਕਰੋਨਾ ਜੋ ਹੈ ਇੱਕ ਪ੍ਰੋਕਿਊਰੇਬਲ ਹੈ। ਦੇਖੋ ਤੁਸੀਂ ਅਗਰ ਆਕਸੀਜਨ ਮਿਲ ਜਾਏ, ਵੈਂਟੀਲੇਟਰ ਮਿਲ ਜਾਏ ਤਾਂ ਮੇਰਾ ਖਿਆਲ ਹੈ ਕਿ ਉਹ ਪੇਸ਼ੈਂਟ ਬਚ ਹੀ ਜਾਂਦਾ ਹੈ। ਬਸ ਇਸ ਟਾਈਮ ਘਾਟ ਕਿਹਦੀ ਹੈ? ਆਕਸੀਜਨ ਨਹੀਂ ਹੈ, ਵੈਂਟੀਲੇਟਰ ਨਹੀਂ ਹੈ, ਬੈੱਡ ਨਹੀਂ ਹੈ। ਇਹ ਤਿੰਨੇ ਕੌਣ ਕਰਵਾਏਗਾ? ਰਿਕੁਆਇਰਮੈਂਟ ਕੌਣ ਦੇਗਾ? ਗਵਰਨਮੈਂਟ ਦੇਗੀ ਨਾ। ਇੱਕ ਪ੍ਰਾਈਵੇਟ ਬੰਦਾ ਤਾਂ ਦੇਗਾ ਨਹੀਂ ਕਿ ਆਪਣੇ ਘਰ ਦੇ ਵਿੱਚ ਕਰੋਨਾ ਪੇਸ਼ੈਂਟ ਲੈ ਜੇ, ਕਿਉਂਕਿ ਮੈਡੀਕਲ ਸਹੂਲਤਾਂ ਤਾਂ ਗਵਰਨਮੈਂਟ ਕੋਲ ਨਹੀਂ ਹੈ। ਗਵਰਨਮੈਂਟ ਸਰਕਾਰਾਂ ਲੋਕਾਂ ਤੋਂ ਆਪਣਾ ਟੈਕਸ ਲੈਂਦੀਆਂ ਹਨ ਇਹ ਸਹੂਲਤਾਂ ਦੇਣ ਵਾਸਤੇ, ਤੇ ਇਹ ਸਹੂਲਤਾਂ ਦੇਣਾ ਵੀ ਤਾਂ ਸਰਕਾਰਾਂ ਦਾ ਹੀ ਫਰਜ਼ ਹੈ ਨਾ। ਜੀ ਬਿਲਕੁਲ। ਰਵਿੰਦਰ ਜੀ, ਜੇਕਰ ਗੱਲ ਕੀਤੀ ਜਾਵੇ ਆਉਣ ਵਾਲੇ ਸਮੇਂ ਦੀ, ਕੀ ਲੱਗਦਾ ਹੈ ਕਿਹੋ ਜੀਆਂ ਹੁਣ, ਜੇਕਰ ਚਲੋ ਉਹ ਤਾਂ ਪਿਛਲਾ ਸਮਾਂ ਲੰਘ ਗਿਆ, ਜੇਕਰ ਹੁਣ ਜੇ ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਪਾਇਆ ਜਾਵੇ ਤਾਂ ਆਉਣ ਵਾਲਾ ਸਮਾਂ ਠੀਕ ਹੋ ਸਕਦਾ? ਉਹ ਕਿਹੜੀਆਂ ਚੀਜ਼ਾਂ ਨੇ? ਕਿਉਂਕਿ ਤੁਸੀਂ ਤਾਂ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰ ਰਹੇ ਹੋ, ਲੋਕਾਂ ਨੂੰ ਮਿਲ ਰਹੇ ਹੋ, ਲੋਕਾਂ ਦੀਆਂ ਮੁਸ਼ਕਲਾਂ ਜਾਣ ਰਹੇ ਹੋ, ਕੀ ਮਦਦ ਲੋਕਾਂ ਨੂੰ ਚਾਹੀਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜਿਸ ਤੇ ਨੱਥ ਪਾਈ ਜਾਵੇ ਜਾਂ ਜੋ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਜੋ ਸਮਾਂ ਹੈ ਉਹ ਸੁਖਾਵਾਂ ਹੋ ਸਕੇ? ਕਿਹੜੀਆਂ ਉਹ ਚੀਜ਼ਾਂ ਨੇ? ਦੇਖੋ, ਇੱਕ ਤਾਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਲੋਕਾਂ ਨੂੰ ਅਵੇਅਰ ਕਰਨਾ, ਬਹੁਤ ਜ਼ਰੂਰੀ ਹੈ। ਸਰਕਾਰ ਅਵੇਅਰ ਵੀ ਕਰਵਾਏ, ਔਰ ਇਸ ਤੋਂ ਇਲਾਵਾ ਲੋਕਾਂ ਤੇ ਇਹ ਤੁਹਾਨੂੰ ਥੋੜੀ ਸਰਕਾਰ ਨੂੰ ਸਖਤੀ ਵੀ ਵਰਤਣੀ ਪਏਗੀ ਕਿ ਤਾਂ ਕਿ ਲੋਕ ਇਸ ਨੂੰ ਚੀਜ਼ ਨੂੰ ਫਾਲੋ ਕਰਨ। ਸਾਡਾ ਸਭ ਤੋਂ ਜ਼ਰੂਰੀ ਤਾਂ ਮਾਸਕ ਹੀ ਹੈ। ਇੱਕ ਮਾਸਕ ਹੀ ਸਾਡੀ ਇਸ ਟਾਈਮ ਦਵਾਈ ਹੈ ਜਿਹੜੀ ਹੈ। ਲੋਕ ਅੱਜ ਵੀ ਮਾਸਕ ਪਾ ਕੇ ਫਿਰਦੇ ਨਹੀਂ।
ਮੇਰਾ ਖਿਆਲ ਹੈ ਪਤਾ ਨਹੀਂ ਆਪਣੇ ਆਪ ਨੂੰ ਜ਼ਿੰਦਗੀ ਦਾ ਕਿਉਂ ਸੌਦਾ ਕਰਦੇ ਹਨ। ਇਸ ਤੋਂ ਇਲਾਵਾ ਵੀ ਸਰਕਾਰਾਂ ਦੇ ਕੋਲ ਆਕਸੀਜਨ ਇਹ ਜਿਹੜੀ ਵੈਂਟੀਲੇਟਰ ਹੈ ਜਾਂ ਬੈੱਡ ਦੀ ਵਿਵਸਥਾ ਹੈ, ਕਿਸੇ ਤਰੀਕੇ ਨਾਲ ਸਰਕਾਰਾਂ ਦੇ ਕੋਲ ਕਈਆਂ ਕੋਲ ਡਿਸਪੈਂਸਰੀਆਂ ਪਈਆਂ, ਸਰਕਾਰਾਂ ਦੇ ਕੋਲ ਕੋਈ ਸਕੂਲ ਪਏ ਆ ਜਿਹੜੇ ਖਾਲੀ ਪਏ ਆ, ਇੱਥੇ ਬੈੱਡ ਲਾ ਕੇ ਇਹਨਾਂ ਦੀ ਵਿਵਸਥਾ ਕਰ ਦੇਣ ਤਾਂ ਕਿ ਇਹਨਾਂ ਦਾ ਗਰੀਬ ਲੋਕਾਂ ਦਾ ਇਲਾਜ ਹੋ ਸਕੇ, ਇਹ ਜਿਹੜੀ ਬਿਮਾਰੀ ਅੱਗੇ ਸਪਰੈਡ ਨਾ ਹੋ ਸਕੇ। ਔਰ ਇਸ ਦਾ ਇੱਕੋ ਇੱਕ ਇਲਾਜ ਹੈ, ਜੇ ਸਰਕਾਰ ਨੂੰ ਥੋੜੀ ਜਿਹੀ ਸਖਤੀ ਕਰਨੀ ਪਏਗੀ ਜਿਹਦੇ ਨਾਲ ਲੋਕ ਇਸ ਤੇ ਅਵੇਅਰ ਹੋਣ। ਔਰ ਇਸ ਤੋਂ ਇਲਾਵਾ ਸਰਕਾਰ ਨੂੰ ਮੈਡੀਕਲ ਸਹੂਲਤਾਂ ਜ਼ਰੂਰ ਦੇਣੀਆਂ ਪੈਣਗੀਆਂ। ਜੀ ਰਵਿੰਦਰ ਜੀ, ਜਾਂਦੇ ਜਾਂਦੇ ਆਖਰੀ ਸਵਾਲ, ਲੋਕਾਂ ਨੂੰ ਸਲਾਹ ਕੀ ਦੇਣਾ ਚਾਹੋਗੇ? ਜੇਕਰ ਕਰੋਨਾ ਤੋਂ ਬਚਣਾ ਹੈ ਤਾਂ ਸਲਾਹ ਕੀ ਦੇਣਾ ਚਾਹੋਗੇ? ਮੇਰੀ ਤਾਂ ਦੇਸ਼ ਵਾਸੀਆਂ ਨੂੰ ਇੱਕੋ ਹੀ ਸਲਾਹ ਹੈ ਕਿ ਭਾਈ ਆਪਣੇ ਆਪ ਨੂੰ ਜੇ ਤੁਸੀਂ ਬਚਾਉਣਾ ਹੈ ਤਾਂ ਸਰਕਾਰ ਦੀ ਕੋਵਿਡ ਗਾਈਡਲਾਈਨ ਨੂੰ ਫਾਲੋ ਕਰੋ, ਮੂੰਹ ਤੇ ਮਾਸਕ ਲਾ ਕੇ ਫਿਰੋ, ਈਵਨ ਕਿ ਕਿਸੇ ਨਾਲ ਵੀ ਗੱਲਬਾਤ ਕਰਨੀ ਹੈ ਡਿਸਟੈਂਸ ਤੇ ਹੋ ਕੇ ਗੱਲ ਕਰੋ। ਤਾਂ ਮੇਰਾ ਖਿਆਲ ਜੇ ਤੁਸੀਂ ਇਹ ਹੀ ਕਰੋਗੇ ਤਾਂ ਸ਼ਾਇਦ ਆਪਣੇ ਆਪ ਨੂੰ ਤੁਸੀਂ ਰੋਜ਼ ਦੇ ਇਮਿਊਨ ਸਿਸਟਮ ਇਹ ਲਗਾ ਕੇ ਵਧਾ ਲਿਆ ਔਰ ਤੁਸੀਂ ਆਪਣੇ ਆਪ ਨੂੰ ਬਿਮਾਰੀ ਤੋਂ ਸੇਫ ਕਰ ਲਿਆ। ਜੀ ਬਿਲਕੁਲ ਰਵਿੰਦਰ ਜੀ, ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਦਿਲੋਂ ਤੁਹਾਡਾ ਧੰਨਵਾਦ ਤੇ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਤਾਂ ਕਿ ਤੁਸੀਂ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ। ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਲਈ। ਸੋ ਇਹ ਸਨ ਰਵਿੰਦਰ ਬਿੱਲਾ ਜੀ, ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਲੋੜਵੰਦ ਜੋ ਲੋਕ ਸੀਗੇ, ਕਰੋਨਾ ਪੀੜਤ ਸੀਗੇ, ਉਹਨਾਂ ਦੇ ਘਰਾਂ ਦੇ ਵਿੱਚ ਖਾਣਾ ਪਹੁੰਚਾਇਆ, ਸੈਨੀਟਾਈਜ਼ਰ ਜੋ ਪਹੁੰਚਾਏ ਨੇ, ਮਾਸਕ ਪਹੁੰਚਾਏ ਨੇ। ਹਾਲਾਂਕਿ ਹੋਰ ਵੀ ਲੋਕਾਂ ਦੀ ਮਦਦ ਕੀਤੀ ਹੈ, ਜੋ ਬੱਚਿਆਂ ਦੀ ਪੜ੍ਹਾਈ ਦੇ ਜੋ ਸਮਾਨ ਸੀਗੇ ਉਹ ਵੀ ਪਹੁੰਚਾਏ ਨੇ। ਸੋ ਕੁੱਲ ਮਿਲਾ ਕੇ ਲਗਾਤਾਰ ਸਾਡੇ ਜੋ ਰੀਅਲ ਹੀਰੋਜ਼ ਜੋ ਨੇ ਉਹ ਅਸੀਂ ਅੱਜ ਦਰਸ਼ਕਾਂ ਨੂੰ ਰੂਬਰੂ ਕਰਵਾ ਰਹੇ ਹਾਂ ਕਿ ਰੀਅਲ ਹੀਰੋਜ਼ ਕੌਣ ਹੁੰਦੇ ਨੇ ਸੰਕਟ ਦੇ ਵਿੱਚ ਜੋ ਲੋਕਾਂ ਦੀ ਮਦਦ ਕਰਦੇ ਨੇ।